ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਕਾਰਲ ਮਾਰਕਸ ਦਾ ਅਗਲਾ ਕਨਸੈਪਟ ਹਿਸਟੋਰੀਕਲ ਮਟੀਰੀਅਲਿਜ਼ਮ ਡਿਸਕਸ ਕਰਾਂਗੇ। ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਹੈ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਲੈਕਚਰ ਆਪਣੇ ਕਲਾਸਮੇਟਸ ਦੇ ਨਾਲ ਅਤੇ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਐਗਜ਼ਾਮ ਟਾਈਮ ਹੈ, ਉਹਨਾਂ ਦੀ ਵੀ ਹੈਲਪ ਹੋ ਜਾਵੇਗੀ। ਹਾਂਜੀ, ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਇਤਿਹਾਸਿਕ ਭੌਤਿਕਵਾਦ, ਹਿਸਟੋਰੀਕਲ ਮਟੀਰੀਅਲਿਜ਼ਮ। ਕਾਰਲ ਮਾਰਕਸ ਨੇ ਸਮਾਜ ਦੇ ਇਤਿਹਾਸ ਦੀ ਭੌਤਿਕਵਾਦੀ ਵਿਆਖਿਆ ਦਵੰਦਵਾਦ ਦੇ ਸਿਧਾਂਤ ਦੇ ਆਧਾਰ 'ਤੇ ਕੀਤੀ ਹੈ। ਇਤਿਹਾਸਿਕ ਭੌਤਿਕਵਾਦ ਦੀਆਂ ਬੁਨਿਆਦੀ ਸਥਾਪਨਾਵਾਂ ਦੀਆਂ ਮੁੱਖ ਗੱਲਾਂ ਦੀ ਰੂਪਰੇਖਾ ਮਾਰਕਸ ਨੇ ਆਪਣੀ ਪ੍ਰਸਿੱਧ ਰਚਨਾ ਜਰਮਨ ਵਿਚਾਰਧਾਰਾ ਵਿੱਚ ਪੇਸ਼ ਕੀਤੀ ਹੈ। ਇਸ ਖੋਜ ਨੇ ਇਤਿਹਾਸ ਨੂੰ ਵਿਗਿਆਨਿਕ ਬਣਾ ਦਿੱਤਾ ਸੀ। ਮਾਰਕਸ ਦੇ ਅਨੁਸਾਰ ਇਤਿਹਾਸ ਅਤੀਤ ਅਤੇ ਅਦੁੱਤੀ ਘਟਨਾਵਾਂ ਦਾ ਨਿਰਾ ਸੰਕਲਨ ਨਹੀਂ ਹੈ। ਇਹ ਸਮਾਜ ਦੇ ਇਤਿਹਾਸ ਦਾ ਵਿਗਿਆਨ ਹੈ। ਇਹ ਕੋਰੀ ਕਲਪਨਾ ਉੱਤੇ ਆਧਾਰਿਤ ਨਹੀਂ ਹੈ, ਬਲਕਿ ਉਹਨਾਂ ਸਰਵਿਆਪੀ ਨਿਯਮਾਂ ਦੀ ਵਿਆਖਿਆ ਕਰਦਾ ਹੈ ਜਿਨ੍ਹਾਂ ਉੱਤੇ ਸਮੁੱਚੇ ਸਮਾਜ ਦੀ ਗਤੀਵਿਧੀ ਟਿਕੀ ਹੋਈ ਹੈ। ਮਾਰਕਸ ਨੇ ਹੀਗਲ ਦੇ ਆਦਰਸ਼ਵਾਦ ਨੂੰ ਨਕਾਰਿਆ ਹੈ ਅਤੇ ਉਹਨਾਂ ਦੇ ਅਨੁਸਾਰ ਸਮਾਜ ਦਾ ਇਤਿਹਾਸ ਭੌਤਿਕ ਤੱਥਾਂ ਦਾ ਵਰਣਨ ਕਰਦਾ ਹੈ, ਨਾ ਕਿ ਸਿਰਫ ਵਿਚਾਰਾਂ ਉੱਤੇ ਆਧਾਰਿਤ ਹੈ। ਇਤਿਹਾਸਿਕ ਭੌਤਿਕਵਾਦ ਇਹ ਸਪਸ਼ਟ ਕਰਦਾ ਹੈ ਕਿ ਇਹ ਕਿਹੜੀ ਸ਼ਕਤੀ ਹੈ ਜਿਹੜੀ ਸਮਾਜ ਦੇ ਇਤਿਹਾਸ ਦਾ ਆਧਾਰ ਹੈ। ਮਾਰਕਸ ਦੇ ਅਨੁਸਾਰ ਸਮਾਜ ਦੇ ਵਿਕਾਸ ਦੀ ਹਰੇਕ ਅਵਸਥਾ ਵਿੱਚ ਮਨੁੱਖ ਨੂੰ ਜਿਉਂਦਾ ਰਹਿਣ ਦੇ ਲਈ ਭੋਜਨ ਅਤੇ ਹੋਰ ਪਦਾਰਥ ਚਾਹੀਦੇ ਹਨ। ਇਹਨਾਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਮਨੁੱਖ ਵੱਖ-ਵੱਖ ਉਤਪਾਦਨ ਦੇ ਸਾਧਨਾਂ ਨੂੰ ਅਪਣਾਉਂਦਾ ਰਿਹਾ ਹੈ, ਕਿਉਂਕਿ ਮਨੁੱਖ ਦੀਆਂ ਜ਼ਰੂਰਤਾਂ ਬਦਲਦੀਆਂ ਰਹਿੰਦੀਆਂ ਹਨ, ਜਿਸ ਦੇ ਫਲਸਰੂਪ ਉਤਪਾਦਨ ਦੇ ਸਾਧਨ ਵੀ ਬਦਲਦੇ ਰਹਿੰਦੇ ਹਨ। ਇਹੀ ਕਾਰਨ ਹੈ ਕਿ ਸਮਾਜ ਦੀ ਵਿਵਸਥਾ ਵਿੱਚ ਪਰਿਵਰਤਨ ਹੁੰਦਾ ਰਹਿੰਦਾ ਹੈ। ਇਹ ਉਤਪਾਦਨ ਦੇ ਸਾਧਨ ਹੀ ਹਨ ਸਮਾਜ ਦੇ ਇਤਿਹਾਸ ਦਾ ਨਿਰਮਾਣ ਕਰਦੇ ਹਨ। ਉਤਪਾਦਨ ਪ੍ਰਣਾਲੀ ਉਤਪਾਦਨ ਦੇ ਔਜ਼ਾਰਾਂ ਉੱਤੇ ਆਧਾਰਿਤ ਹੈ, ਪਰੰਤੂ ਇਸ ਦਾ ਇੱਕ ਹੋਰ ਪਹਿਲੂ ਵੀ ਹੈ, ਉਹ ਹੈ ਮਨੁੱਖ ਦੇ ਆਪਸੀ ਉਤਪਾਦਨ ਸੰਬੰਧ। ਜਿਵੇਂ-ਜਿਵੇਂ ਉਤਪਾਦਨ ਪ੍ਰਣਾਲੀ ਵਿੱਚ ਪਰਿਵਰਤਨ ਹੁੰਦਾ ਹੈ, ਉਤਪਾਦਨ ਸੰਬੰਧ ਵੀ ਬਦਲ ਜਾਂਦੇ ਹਨ, ਜਿਸ ਦੇ ਫਲਸਰੂਪ ਸਮੁੱਚੀ ਸਮਾਜਿਕ ਵਿਵਸਥਾ ਵਿੱਚ ਪਰਿਵਰਤਨ ਹੁੰਦਾ ਹੈ। ਆਪਣੀ ਇਸ ਦਲੀਲ ਨੂੰ ਮੁੱਖ ਰੱਖ ਕੇ ਮਾਰਕਸ ਨੇ ਇਹਨਾਂ ਸ਼ਬਦਾਂ ਵਿੱਚ ਸਪਸ਼ਟ ਕੀਤਾ ਹੈ ਕਿ ਉਤਪਾਦਨ ਵਿੱਚ ਮਨੁੱਖ ਸਿਰਫ ਕੁਦਰਤ ਦੇ ਪ੍ਰਤੀ ਹੀ ਨਹੀਂ, ਬਲਕਿ ਇੱਕ ਦੂਜੇ ਦੇ ਪ੍ਰਤੀ ਵੀ ਕਿਰਿਆਸ਼ੀਲ ਰਹਿੰਦਾ ਹੈ, ਕਿਸੇ ਨਾ ਕਿਸੇ ਤਰ੍ਹਾਂ ਨਾਲ ਸਹਿਯੋਗ ਕਰਦੇ ਹੋਏ ਅਤੇ ਆਪਣੇ ਕੰਮਾਂ ਦੇ ਆਪਸ ਵਿੱਚ ਆਦਾਨ ਪ੍ਰਦਾਨ ਰਾਹੀਂ ਉਹ ਉਤਪਾਦਨ ਕਰਦੇ ਹਨ। ਉਤਪਾਦਨ ਕਰਨ ਦੇ ਲਈ ਉਹਨਾਂ ਨੂੰ ਆਪਸ ਵਿੱਚ ਮਿਲਣਾ ਅਤੇ ਇੱਕ ਦੂਜੇ ਨਾਲ ਨਿਸ਼ਚਿਤ ਸੰਬੰਧ ਸਥਾਪਿਤ ਕਰਨਾ ਪੈਂਦਾ ਹੈ, ਅਤੇ ਸਿਰਫ ਇਹਨਾਂ ਸਮਾਜਿਕ ਮਿਲਾਪ ਅਤੇ ਸੰਬੰਧਾਂ ਦੇ ਅੰਤਰਗਤ ਹੀ ਉਤਪਾਦਨ ਕੰਮ ਸੰਪਾਦਿਤ ਹੁੰਦਾ ਹੈ। ਮਾਰਕਸ ਦੇ ਇਸ ਕਥਨ ਤੋਂ ਸਪਸ਼ਟ ਹੈ ਕਿ ਉਤਪਾਦਨ ਪ੍ਰਣਾਲੀ ਦੇ ਕਾਰਨ ਮਨੁੱਖ ਦੋ ਕਿਸਮ ਦੇ ਸੰਬੰਧ ਸਥਾਪਿਤ ਕਰਦਾ ਹੈ। ਨੰਬਰ 1, ਮਨੁੱਖ ਦਾ ਪ੍ਰਕਿਰਤੀ ਨਾਲ ਸੰਬੰਧ। ਨੰਬਰ 2, ਮਨੁੱਖ ਦਾ ਮਨੁੱਖ ਨਾਲ ਸੰਬੰਧ। ਮਨੁੱਖ ਦਾ ਪ੍ਰਕਿਰਤੀ ਨਾਲ ਸੰਬੰਧ ਕੀ ਹੈ, ਇਹ ਦੇਖਾਂਗੇ। ਮਨੁੱਖ ਪ੍ਰਕਿਰਤੀ ਨਾਲ ਆਪਣੀਆਂ ਲੋੜਾਂ ਦੀ ਪੂਰਤੀ ਦੇ ਵੱਖ-ਵੱਖ ਸਾਧਨ ਜੁਟਾਉਂਦਾ ਹੈ। ਜਿਵੇਂ-ਜਿਵੇਂ ਉਸ ਦੀਆਂ ਲੋੜਾਂ ਬਦਲਦੀਆਂ ਰਹਿੰਦੀਆਂ ਹਨ, ਇਹਨਾਂ ਦੇ ਉਤਪਾਦਨ ਦੇ ਔਜ਼ਾਰਾਂ ਅਤੇ ਸਾਧਨ ਵੀ ਬਦਲਦੇ ਰਹਿੰਦੇ ਹਨ। ਸਮਾਜ ਦੇ ਵਿਕਾਸ ਦੇ ਇਤਿਹਾਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਵਿਕਾਸ ਦੇ ਵੱਖ-ਵੱਖ ਪੱਧਰਾਂ ਵਿੱਚ ਮਨੁੱਖ ਵੱਖ-ਵੱਖ ਉਤਪਾਦਨ ਦੇ ਸਾਧਨਾਂ ਨੂੰ ਅਪਣਾਉਂਦਾ ਰਿਹਾ ਹੈ। ਮੁੱਢਲੇ ਸਾਮਵਾਦ ਵਿੱਚ, ਦਾਸਤਾ ਯੁੱਗ ਵਿੱਚ, ਸੰਪੰਤੀਵਾਦ ਯੁੱਗ ਵਿੱਚ
ਅਤੇ ਪੂੰਜੀਪਤੀ ਯੁੱਗ ਵਿੱਚ ਉਤਪਾਦਨ ਦੀ ਪ੍ਰਣਾਲੀ ਵੱਖ-ਵੱਖ ਰਹੀ ਹੈ। ਦੂਜਾ, ਮਨੁੱਖ ਦੇ ਮਨੁੱਖ ਨਾਲ ਸੰਬੰਧ। ਉਤਪਾਦਨ ਪ੍ਰਣਾਲੀ ਵਿੱਚ ਪਰਿਵਰਤਨ ਦੇ ਕਾਰਨ ਸਮਾਜਿਕ ਸੰਸਥਾਵਾਂ, ਰਾਜਨੀਤਿਕ, ਅਧਿਆਤਮਿਕ ਅਤੇ ਸਮਾਜਿਕ ਸੰਬੰਧਾਂ ਵਿੱਚ ਵੀ ਅੰਤਰ ਆਉਂਦਾ ਰਿਹਾ ਹੈ। ਉਦਾਹਰਨ ਵਜੋਂ, ਜੇਕਰ ਮੁੱਢਲੇ ਸਾਮਵਾਦ ਅਤੇ ਆਧੁਨਿਕ ਸਾਮਵਾਦ ਦੀਆਂ ਸਮਾਜਿਕ ਵਿਵਸਥਾਵਾਂ ਦਾ ਅਧਿਐਨ ਕਰੀਏ ਤਾਂ ਇਹਨਾਂ ਦੋਨਾਂ ਵਿੱਚ ਪਾਏ ਜਾਣ ਵਾਲੇ ਸਮਾਜਿਕ ਸੰਬੰਧਾਂ ਵਿੱਚ ਕਾਫੀ ਅੰਤਰ ਹੋਵੇਗਾ। ਇਸ ਤਰ੍ਹਾਂ ਕਾਰਲ ਮਾਰਕਸ ਨੇ ਇਹ ਸਪਸ਼ਟ ਕੀਤਾ ਹੈ ਕਿ ਇਤਿਹਾਸ ਰਾਜਿਆਂ ਜਾਂ ਅਦੁੱਤੀ ਵਿਅਕਤੀਆਂ ਦੇ ਕਾਰਨਾਮਿਆਂ ਦਾ ਵੇਰਵਾ ਨਹੀਂ ਦਿੰਦਾ, ਬਲਕਿ ਉਹ ਉਹਨਾਂ ਨਿਯਮਾਂ ਦਾ ਵਰਣਨ ਵੀ ਕਰਦਾ ਹੈ ਜਿਨ੍ਹਾਂ ਉੱਤੇ ਸਮਾਜਿਕ ਵਿਵਸਥਾ ਟਿਕੀ ਹੋਈ ਹੈ। ਇਸ ਤਰ੍ਹਾਂ ਇਤਿਹਾਸ ਜਨ ਸਧਾਰਨ ਦੀਆਂ ਕਿਰਿਆਵਾਂ ਦਾ ਵਰਣਨ ਹੈ ਜਿਹੜੇ ਸਮਾਜ ਦੇ ਆਰਥਿਕ, ਰਾਜਨੀਤਿਕ ਅਤੇ ਅਧਿਆਤਮਿਕ ਪਹਿਲੂਆਂ ਦਾ ਨਿਰਧਾਰਨ ਕਰਦੇ ਹਨ। ਮਾਰਕਸ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕਾਨੂੰਨੀ ਸੰਬੰਧਾਂ ਅਤੇ ਰਾਜ ਦੇ ਵੱਖ-ਵੱਖ ਰੂਪਾਂ ਨੂੰ ਨਾ ਤਾਂ ਆਪਣੇ ਆਪ ਵਿੱਚ ਵੱਖ-ਵੱਖ ਸਮਝਿਆ ਜਾ ਸਕਦਾ ਹੈ। ਇਹਨਾਂ ਦੀਆਂ ਜੜ੍ਹਾਂ ਤਾਂ ਜੀਵਨ ਦੀਆਂ ਭੌਤਿਕ ਹਾਲਤਾਂ ਵਿੱਚ ਰਹਿੰਦੀਆਂ ਹਨ। ਮਾਰਕਸ ਦੀ ਇਸ ਗੱਲ ਦਾ ਦਾਅਵਾ ਵੀ ਕਰਦਾ ਹੈ ਕਿ ਇਤਿਹਾਸ ਇੱਕ ਵਿਗਿਆਨ ਹੈ ਜਿਹੜਾ ਆਦਰਸ਼ਾਤਮਕ ਵਿਚਾਰਾਂ ਉੱਤੇ ਆਧਾਰਿਤ ਨਹੀਂ, ਬਲਕਿ ਇਹ ਵਾਸਤਵਿਕਤਾ ਅਤੇ ਭੌਤਿਕ ਤੱਥਾਂ ਦਾ ਵਿਗਿਆਨਿਕ ਅਧਿਐਨ ਕਰਦਾ ਹੈ। ਇਸੇ ਲਈ ਮਾਰਕਸ ਨੂੰ ਇਤਿਹਾਸਿਕ ਭੌਤਿਕਵਾਦ ਦਾ ਨਾਂ ਦਿੱਤਾ ਹੈ। ਇਸੇ ਕਰਕੇ ਮਾਰਕਸ ਨੇ ਇਸ ਨੂੰ ਹਿਸਟੋਰੀਕਲ ਮਟੀਰੀਅਲਿਜ਼ਮ ਭਾਵ ਇਤਿਹਾਸਿਕ ਭੌਤਿਕਵਾਦ ਦਾ ਨਾਂ ਦਿੱਤਾ ਹੈ। ਮਾਰਕਸ ਦੇ ਸਿਧਾਂਤ ਤੋਂ ਇਹ ਭਰਮ ਪੈਦਾ ਹੁੰਦਾ ਹੈ ਕਿ ਆਰਥਿਕ ਤੱਤ ਸਮਾਜ ਦੇ ਫੈਸਲਾਕੁਨ ਤੱਤ ਹੈ। ਮਾਰਕਸ ਦੇ ਦੋਸਤ ਐਂਜਲਸ ਨੇ ਇੱਕ ਪੱਤਰ ਵਿੱਚ ਇਹ ਸਪਸ਼ਟ ਕੀਤਾ ਕਿ ਰਾਜਨੀਤਿਕ, ਵਿਧਾਨਿਕ, ਦਾਰਸ਼ਨਿਕ, ਧਾਰਮਿਕ, ਸਾਹਿਤਿਕ, ਕਲਾਤਮਿਕ ਵਿਕਾਸ ਆਦਿ ਆਰਥਿਕ ਵਿਕਾਸ ਉੱਤੇ ਹੀ ਆਧਾਰਿਤ ਹੈ, ਪਰ ਇਹ ਇੱਕ ਦੂਜੇ ਨੂੰ ਵੀ ਅਤੇ ਆਰਥਿਕ ਆਧਾਰ ਨੂੰ ਵੀ ਪ੍ਰਭਾਵਿਤ ਕਰਦੇ ਰਹਿੰਦੇ ਹਨ। ਅਜਿਹਾ ਨਹੀਂ ਹੈ ਕਿ ਇਕੱਲਾ ਆਰਥਿਕ ਪ੍ਰਭਾਵ ਹੀ ਪ੍ਰਭਾਵਿਤ ਕਰਦਾ ਹੈ ਅਤੇ ਸਿਰਫ ਉਹੀ ਕਿਰਿਆਸ਼ੀਲ ਹੈ, ਜਦਕਿ ਦੂਜਿਆਂ ਅਤੇ ਸਭ ਦਾ ਪ੍ਰਭਾਵ ਨਿਸ਼ਕਿਰਿਆ ਹੈ। ਅਸਲ ਵਿੱਚ ਆਰਥਿਕ ਜ਼ਰੂਰਤ, ਜੋ ਕਿ ਅੰਤ ਵਿੱਚ ਹਮੇਸ਼ਾ ਆਪਣੀ ਮਹੱਤਤਾ ਨੂੰ ਪ੍ਰਮਾਣਿਤ ਕਰਦੀ ਹੈ, ਦੇ ਆਧਾਰ 'ਤੇ ਵੱਖ-ਵੱਖ ਕਾਰਨਾਂ ਵਿੱਚ ਅੰਤਰਕਿਰਿਆ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਐਂਜਲਸ ਦੇ ਅਨੁਸਾਰ ਮਾਰਕਸ ਨੇ ਆਪਣੇ ਸਿਧਾਂਤ ਵਿੱਚ ਆਰਥਿਕ ਤੱਤ ਦੀ ਮਹੱਤਤਾ ਨੂੰ ਦਰਸਾਇਆ ਹੈ ਅਤੇ ਸਮਾਜਿਕ ਜੀਵਨ ਦਾ ਸਿਰਫ ਇਹੀ ਫੈਸਲਾਕੁਨ ਤੱਤ ਨਹੀਂ ਮੰਨਿਆ। ਮਾਰਕਸ ਨੇ ਆਪਣੇ ਸਿਧਾਂਤ ਦੇ ਮਹੱਤਵ ਨੂੰ ਦਰਸਾਉਣ ਦੇ ਲਈ ਇਹ ਸਪਸ਼ਟ ਕੀਤਾ ਹੈ ਕਿ ਕਿਵੇਂ ਭੂਗੋਲਿਕ ਹਾਲਤਾਂ ਅਤੇ ਆਬਾਦੀ ਸਮਾਜ ਦੇ ਵਿਕਾਸ ਦੇ ਫੈਸਲਾਕੁਨ ਤੱਤ ਨਹੀਂ ਹੋ ਸਕਦੇ। ਮਾਰਕਸ ਦੇ ਅਨੁਸਾਰ ਬਹੁਤ ਸਾਰੇ ਅਜਿਹੇ ਦੇਸ਼ ਹਨ ਜਿੱਥੇ ਬਹੁਤ ਘੱਟ ਭੂਗੋਲਿਕ ਪਰਿਵਰਤਨ ਹੋਏ ਹਨ, ਜਦਕਿ ਉਹਨਾਂ ਦੀ ਆਰਥਿਕ ਵਿਵਸਥਾ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਹੋਏ ਹਨ। ਜਿਵੇਂ ਯੂਰਪ ਵਿੱਚ ਸਦੀਆਂ ਤੋਂ ਭੂਗੋਲਿਕ ਵਾਤਾਵਰਣ ਲਗਭਗ ਸਥਿਰ ਰਿਹਾ ਹੈ, ਭਾਵ ਇੱਕੋ ਜਿਹਾ ਰਿਹਾ ਹੈ, ਜਦਕਿ ਉਸ ਦੀ ਆਰਥਿਕ ਅਤੇ ਸਮਾਜਿਕ ਵਿਵਸਥਾ ਹੋਰ ਅਵਸਥਾਵਾਂ ਵਿੱਚੋਂ ਲੰਘ ਰਹੀ ਹੈ। ਮੁੱਢਲੇ ਸਾਮਵਾਦ ਦਾ ਦਾਸਤਾ ਯੁੱਗ ਸਮੰਤਵਾਦ ਵਿੱਚ, ਸਮੰਤਵਾਦ ਪੂੰਜੀਵਾਦ ਵਿੱਚ ਅਤੇ ਪੂੰਜੀਵਾਦ ਸਾਮਵਾਦ ਵਿੱਚ ਪਰਿਵਰਤਿਤ ਹੋ ਰਿਹਾ ਹੈ। ਇਸ ਤਰ੍ਹਾਂ ਮਾਰਕਸ ਨੇ ਇਹ ਸਪਸ਼ਟ ਕੀਤਾ ਹੈ ਕਿ ਭੂਗੋਲਿਕ ਵਾਤਾਵਰਣ ਸਮਾਜ ਦੇ ਵਿਕਾਸ ਦਾ ਫੈਸਲਾਕੁਨ ਕਾਰਨ ਨਹੀਂ ਹੈ। ਮਾਰਕਸ ਨੇ ਆਬਾਦੀ ਨੂੰ ਵੀ ਸਮਾਜਿਕ ਇਤਿਹਾਸ ਦਾ ਫੈਸਲਾਕੁਨ ਕਾਰਨ ਨਹੀਂ ਮੰਨਿਆ। ਮਾਰਕਸ ਨੇ ਇਹ ਮੰਨਿਆ ਹੈ ਕਿ ਸਮਾਜ ਦੀ ਹੋਂਦ ਦੇ ਲਈ ਘੱਟੋ-ਘੱਟ ਆਬਾਦੀ ਦਾ ਹੋਣਾ ਜ਼ਰੂਰੀ ਹੈ, ਪਰੰਤੂ ਆਬਾਦੀ ਸਮਾਜਿਕ ਵਿਕਾਸ ਦਾ ਫੈਸਲਾਕੁਨ ਕਾਰਨ ਨਹੀਂ ਹੋ ਸਕਦੀ। ਜੇਕਰ ਇਹ ਸੱਚ ਹੁੰਦਾ ਤਾਂ ਉਹ ਸਮਾਜ ਜਿਹੜੇ ਬਹੁਤ ਆਬਾਦੀ ਵਾਲੇ ਹਨ ਵਿਕਾਸ ਦੇ ਉੱਚੇ ਸਿਖਰ 'ਤੇ ਹੁੰਦੇ, ਪਰੰਤੂ ਵਾਸਤਵਿਕਤਾ ਵਿੱਚ ਅਜਿਹਾ ਨਹੀਂ ਹੈ। ਚੀਨ ਦੀ ਆਬਾਦੀ ਦੀ ਘਣਤਾ ਅਮਰੀਕਾ ਨਾਲੋਂ 4 ਗੁਣਾ ਹੈ। ਇਸ ਤਰ੍ਹਾਂ ਭਾਰਤ ਦੀ ਆਬਾਦੀ ਅਮਰੀਕਾ ਨਾਲੋਂ ਬਹੁਤ ਜ਼ਿਆਦਾ ਹੈ, ਪਰ
ਅਮਰੀਕਾ ਇਹਨਾਂ ਦੋਨਾਂ ਸਮਾਜਾਂ ਨਾਲੋਂ ਕਿਤੇ ਜ਼ਿਆਦਾ ਵਿਕਸਿਤ ਹੈ। ਇਸ ਤਰ੍ਹਾਂ ਮਾਰਕਸ ਨੇ ਇਹ ਸਪਸ਼ਟ ਕੀਤਾ ਹੈ ਕਿ ਆਬਾਦੀ ਅਤੇ ਭੂਗੋਲਿਕ ਹਾਲਤਾਂ ਸਮਾਜਿਕ ਵਿਕਾਸ ਦੇ ਫੈਸਲਾਕੁਨ ਕਾਰਨ ਨਹੀਂ ਹਨ। ਤਾਂ ਸਮਾਜ ਦੇ ਵਿਕਾਸ ਦਾ ਫੈਸਲਾਕੁਨ ਕਾਰਨ ਕਿਹੜਾ ਹੈ? ਮਾਰਕਸ ਦੇ ਅਨੁਸਾਰ ਆਰਥਿਕ ਤੱਤ ਸਮਾਜ ਦੇ ਵਿਕਾਸ ਵਿੱਚ ਅਤੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਲਈ ਸਮਾਜ ਦੇ ਵਿਕਾਸ ਦਾ ਅਧਿਐਨ ਭੌਤਿਕਵਾਦ ਦੇ ਆਧਾਰ 'ਤੇ ਕਰਨਾ ਚਾਹੀਦਾ ਹੈ। ਮਾਰਕਸ ਨੇ ਇਤਿਹਾਸਿਕ ਭੌਤਿਕਵਾਦ ਦੇ ਸਿਧਾਂਤ ਨੂੰ ਇੱਕ ਹੋਰ ਵਿਗਿਆਨਿਕ ਸਿਧਾਂਤ ਮੰਨਿਆ ਹੈ ਅਤੇ ਆਪਣੀ ਦਲੀਲ ਦੀ ਪੁਸ਼ਟੀ ਦੇ ਲਈ ਉਸ ਨੇ ਇਹ ਸਿੱਧ ਕੀਤਾ ਹੈ ਕਿ ਇਹ ਸਿਧਾਂਤ ਅਨੁਮਾਨਾਂ ਉੱਤੇ ਆਧਾਰਿਤ ਨਹੀਂ ਹੈ, ਬਲਕਿ ਇਸ ਦੇ ਲਈ ਕੁਝ ਨਿਯਮ ਹਨ ਜਿਨ੍ਹਾਂ ਉੱਤੇ ਇਹ ਆਧਾਰਿਤ ਹੈ, ਜਿਹੜੇ ਸਮੁੱਚੇ ਸਮਾਜ ਵਿੱਚ ਸਰਵਵਿਆਪੀ ਤੌਰ 'ਤੇ ਲਾਗੂ ਹੁੰਦੇ ਹਨ। ਸਮਾਜਿਕ ਆਰਥਿਕ ਢਾਂਚੇ ਦਾ ਪਰਿਵਰਤਨ ਵਸਤੂਗਤ ਨਿਯਮਾਂ ਦੇ ਅਨੁਸਾਰ ਹੁੰਦਾ ਹੈ। ਮਾਰਕਸ ਦੇ ਅਨੁਸਾਰ ਕੁਦਰਤੀ ਘਟਨਾਵਾਂ ਦੀ ਤਰ੍ਹਾਂ ਸਮਾਜਿਕ ਘਟਨਾਵਾਂ ਵੀ ਵਿਸ਼ੇਸ਼ ਨਿਯਮ ਰਾਹੀਂ ਨਿਯਮਤ ਹੁੰਦੀਆਂ ਰਹਿੰਦੀਆਂ ਹਨ। ਇਹ ਨਿਯਮ ਮਨੁੱਖੀ ਇੱਛਾ ਉੱਤੇ ਨਿਰਭਰ ਨਹੀਂ ਕਰਦੇ। ਮਾਰਕਸ ਦੇ ਅਨੁਸਾਰ ਸਮਾਜਿਕ ਘਟਨਾਵਾਂ ਦਾ ਵਾਪਰਨਾ ਦੋ ਗੱਲਾਂ ਉੱਤੇ ਨਿਰਭਰ ਕਰਦਾ ਹੈ। ਨੰਬਰ 1, ਕੁਦਰਤ ਅਤੇ ਸਮਾਜ ਵਿੱਚ ਕੋਈ ਵੀ ਘਟਨਾ ਤਦ ਵਾਪਰਦੀ ਹੈ ਜਦ ਉਸ ਦੇ ਲਈ ਵਿਸ਼ੇਸ਼ ਸਮਾਜਿਕ ਅਤੇ ਪ੍ਰਕਿਰਤਿਕ ਹਾਲਤ ਪੈਦਾ ਹੋ ਜਾਂਦੇ ਹਨ। ਦੂਜਾ, ਇੱਕ ਵਾਰੀ ਵਾਪਰਨ ਨਾਲ ਇਹ ਘਟਨਾਵਾਂ ਮਨੁੱਖ ਦੀਆਂ ਇੱਛਾਵਾਂ ਤੋਂ ਮੁਕਤ ਹੋ ਜਾਂਦੀਆਂ ਹਨ। ਮਾਰਕਸ ਦੇ ਸ਼ਬਦਾਂ ਵਿੱਚ ਮਨੁੱਖ ਖੁਦ ਆਪਣੇ ਇਤਿਹਾਸ ਦਾ ਨਿਰਮਾਣ ਕਰਦਾ ਹੈ, ਪਰ ਉਹ ਅਜਿਹਾ ਆਪਣੇ ਵੱਲੋਂ ਚੁਣੀਆਂ ਹੋਈਆਂ ਹਾਲਤਾਂ ਦੇ ਅੰਤਰਗਤ ਨਹੀਂ, ਬਲਕਿ ਉਹਨਾਂ ਹਾਲਤਾਂ ਦੇ ਅੰਤਰਗਤ ਕਰਦਾ ਹੈ ਜਿਹੜੀਆਂ ਭੂਤਕਾਲ ਵਿੱਚ ਪਾਈਆਂ ਜਾਂਦੀਆਂ ਹਨ ਅਤੇ ਉਸ ਵਿੱਚ ਬਦਲਦੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਮਾਰਕਸ ਦਾ ਮੰਨਣਾ ਹੈ ਕਿ ਭੌਤਿਕ ਜੀਵਨ ਮਨੁੱਖੀ ਸਿਧਾਂਤਾਂ, ਰਾਜਨੀਤਿਕ ਵਿਵਸਥਾ ਅਤੇ ਸੰਸਕ੍ਰਿਤਿਕ ਹਾਲਤਾਂ ਆਦਿ ਨੂੰ ਵੀ ਨਿਰਧਾਰਿਤ ਕਰਦਾ ਹੈ। ਮਾਰਕਸ ਦੇ ਅਨੁਸਾਰ ਭੌਤਿਕ ਤੱਤ ਸਮਾਜਿਕ ਜੀਵਨ ਦੇ ਉਤਲੇ ਢਾਂਚੇ ਸੁਪਰਸਟਰਕਚਰ ਹਨ, ਜਿਨ੍ਹਾਂ ਉੱਤੇ ਵਿਧਾਨਿਕ, ਸੰਸਕ੍ਰਿਤਿਕ, ਰਾਜਨੀਤਿਕ, ਆਦਰਸ਼ਾਤਮਕ ਅਤੇ ਅਧਿਆਤਮਿਕ ਆਦਿ ਉਪ ਸੰਰਚਨਾਵਾਂ ਸਬਸਟਰਕਚਰ ਆਧਾਰਿਤ ਹਨ। ਜਿਵੇਂ ਹੀ ਭੌਤਿਕ ਤੱਤ ਵਿਸ਼ੇਸ਼ ਕਰਕੇ ਉਤਪਾਦਨ ਦੀ ਪ੍ਰਣਾਲੀ ਵਿੱਚ ਪਰਿਵਰਤਨ ਹੁੰਦਾ ਹੈ, ਸਮੁੱਚਾ ਸਮਾਜਿਕ ਜੀਵਨ ਬਦਲ ਜਾਂਦਾ ਹੈ। ਮਾਰਕਸ ਦੇ ਸ਼ਬਦਾਂ ਵਿੱਚ ਸਮਾਜਿਕ ਸੰਬੰਧ ਉਤਪਾਦਨ ਸ਼ਕਤੀਆਂ ਨਾਲ ਗੂੜ੍ਹੇ ਰੂਪ ਵਿੱਚ ਜੁੜੇ ਹੋਏ ਹਨ। ਨਵੀਆਂ ਉਤਪਾਦਨ ਸ਼ਕਤੀਆਂ ਦੇ ਬਦਲਣ ਨਾਲ ਮਨੁੱਖ ਆਪਣੀ ਉਤਪਾਦਨ ਪ੍ਰਣਾਲੀ ਬਦਲ ਦਿੰਦੇ ਹਨ ਅਤੇ ਉਤਪਾਦਨ ਪ੍ਰਣਾਲੀ ਅਤੇ ਆਪਣੀ ਰੋਜੀ ਕਮਾਉਣ ਦੀ ਪ੍ਰਣਾਲੀ ਬਦਲਣ ਨਾਲ ਉਹਨਾਂ ਦੇ ਆਪਣੇ ਸਮੁੱਚੇ ਸਮਾਜਿਕ ਸੰਬੰਧਾਂ ਨੂੰ ਵੀ ਪਰਿਵਰਤਨ ਕਰ ਲੈਂਦੇ ਹਨ। ਉਹਨਾਂ ਦੇ ਸਮੁੱਚੇ ਸਮਾਜਿਕ ਸੰਬੰਧਾਂ ਵਿੱਚ ਵੀ ਪਰਿਵਰਤਨ ਆ ਜਾਂਦਾ ਹੈ। ਜਦੋਂ ਹੱਥ ਦੀ ਚੱਕੀ ਸੀ ਤਾਂ ਸਮਾਂਤਵਾਦੀ ਸਮਾਜ ਸੀ। ਭਾਫ ਨਾਲ ਚੱਲਣ ਵਾਲੀ ਚੱਕੀ ਆਈ ਤਾਂ ਉਦਯੋਗਿਕ ਪੂੰਜੀਵਾਦ ਦਾ ਵਿਕਾਸ ਹੋਇਆ। ਇਸ ਤਰ੍ਹਾਂ ਉਤਪਾਦਨ ਦੀ ਪ੍ਰਣਾਲੀ ਵਿੱਚ ਪਰਿਵਰਤਨ ਹੁੰਦਾ ਰਹਿੰਦਾ ਹੈ। ਮਾਰਕਸ ਦੇ ਅਨੁਸਾਰ ਉਤਪਾਦਨ ਦੀ ਪ੍ਰਣਾਲੀ ਦੇ ਨਾਲ ਹੀ ਉਤਪਾਦਨ ਸੰਬੰਧ ਵੀ ਬਦਲ ਜਾਂਦੇ ਹਨ ਅਤੇ ਉਸ ਦੇ ਨਾਲ ਹੀ ਮਨੁੱਖ ਦੇ ਵਿਚਾਰ, ਉਸ ਦੀ ਸੰਸਕ੍ਰਿਤੀ ਅਤੇ ਹੋਰ ਸੰਸਥਾਵਾਂ ਵੀ ਬਦਲ ਜਾਂਦੀਆਂ ਹਨ। ਇਸ ਤੋਂ ਇਲਾਵਾ ਮਾਰਕਸ ਕਹਿੰਦਾ ਉਤਪਾਦਨ ਦੇ ਸਾਧਨ ਨਿਰੰਤਰ ਬਦਲਦੇ ਰਹਿੰਦੇ ਹਨ। ਇਤਿਹਾਸਿਕ ਭੌਤਿਕਵਾਦ ਦੇ ਤੀਜੇ ਨਿਯਮ ਦੇ ਅਨੁਸਾਰ ਉਤਪਾਦਨ ਦੇ ਸਾਧਨ ਨਹੀਂ ਹਨ, ਇਹਨਾਂ ਵਿੱਚ ਨਿਰੰਤਰ ਪਰਿਵਰਤਨ ਹੁੰਦਾ ਰਹਿੰਦਾ ਹੈ। ਉਤਪਾਦਨ ਪ੍ਰਣਾਲੀ ਵਿੱਚ ਪਰਿਵਰਤਨ ਹੋਣ ਨਾਲ ਸਮੁੱਚੇ ਉਤਪਾਦਨ ਸੰਬੰਧ ਜਿਹੜੇ ਉਤਪਾਦਨ ਪ੍ਰਣਾਲੀ ਉੱਤੇ ਨਿਰਭਰ ਹਨ ਉਹ ਵੀ ਬਦਲ ਜਾਂਦੇ ਹਨ, ਜਿਸ ਦੇ ਫਲਸਰੂਪ ਸਮੁੱਚੀ ਸਮਾਜਿਕ ਵਿਵਸਥਾ, ਵਿਚਾਰ, ਸੰਸਕ੍ਰਿਤੀ, ਅਧਿਆਤਮਿਕ ਅਤੇ ਰਾਜਨੀਤਿਕ ਵਿਵਸਥਾ ਵਿੱਚ ਵੀ ਪਰਿਵਰਤਨ ਹੋ ਜਾਂਦੇ ਹਨ। ਸਮਾਜਿਕ ਵਿਕਾਸ ਦੇ ਵੱਖ-ਵੱਖ ਪੱਧਰਾਂ 'ਤੇ ਮਨੁੱਖ ਵੱਖ-ਵੱਖ ਕਿਸਮ ਦੇ ਉਤਪਾਦਨ ਸਾਧਨਾਂ ਨੂੰ ਅਪਣਾਉਂਦਾ ਹੈ, ਜਿਵੇਂ ਸਾਮਵਾਦੀ ਯੁੱਗ ਵਿੱਚ, ਸਮਾਂਤਵਾਦੀ ਯੁੱਗ ਵਿੱਚ ਅਤੇ ਪੂੰਜੀਵਾਦੀ ਯੁੱਗ ਵਿੱਚ ਮਨੁੱਖ ਦੇ ਵੱਖ-ਵੱਖ ਕਿਸਮ ਦੇ ਉਤਪਾਦਨ ਦੇ ਸਾਧਨਾਂ ਨੂੰ ਅਪਣਾਇਆ ਹੈ। ਇਸ ਤਰ੍ਹਾਂ ਮਾਰਕਸ ਦੇ ਅਨੁਸਾਰ ਸਮਾਜ ਦੇ ਇਤਿਹਾਸ ਵਾਸਤਵ ਵਿੱਚ ਉਤਪਾਦਨ ਦੇ ਸਾਧਨਾਂ ਵਿੱਚ ਪਰਿਵਰਤਨ ਦਾ ਇਤਿਹਾਸ ਹੈ। ਮਾਰਕਸ ਦੇ ਅਨੁਸਾਰ ਇਹ ਉਹਨਾਂ ਵਿਅਕਤੀਆਂ ਦਾ ਇਤਿਹਾਸ ਹੈ ਜਿਨ੍ਹਾਂ ਦਾ ਉਤਪਾਦਨ ਦੇ ਸਾਧਨਾਂ 'ਤੇ ਅਧਿਕਾਰ ਹੈ ਜਾਂ ਜਿਹੜੇ ਸਿਰਫ ਕਿਰਤੀ ਹਨ। ਹਾਂਜੀ, ਇਹ ਤਾਂ ਸੀਗਾ ਕਾਰਲ ਮਾਰਕਸ ਦਾ
ਹਿਸਟੋਰੀਕਲ ਮਟੀਰੀਅਲਿਜ਼ਮ, ਜਿਸ ਦੇ ਵਿੱਚ ਉਹ ਦੱਸਦਾ ਹੈ ਕਿ ਸਮਾਜ ਦੇ ਵਿੱਚ ਮਨੁੱਖ ਦੇ ਉਤਪਾਦਨ ਪ੍ਰਣਾਲੀ ਅਤੇ ਉਤਪਾਦਨ ਸੰਬੰਧ ਟਾਈਮ ਟੂ ਟਾਈਮ ਬਦਲਦੇ ਰਹਿੰਦੇ ਨੇ। ਜੇਕਰ ਮਨੁੱਖ ਦੀ ਉਤਪਾਦਨ ਪ੍ਰਣਾਲੀ ਬਦਲਦੀ ਆ ਤਾਂ ਉਹਦੇ ਨਾਲ ਮਨੁੱਖ ਦੀ ਸਮਾਜਿਕ ਵਿਵਸਥਾ, ਭਾਵ ਵਿਚਾਰ, ਸੰਸਕ੍ਰਿਤੀ, ਅਧਿਆਤਮਕਵਾਦ, ਰਾਜਨੀਤਿਕ ਵਿਵਸਥਾ ਆਦਿ ਸਭ ਦੇ ਵਿੱਚ ਪਰਿਵਰਤਨ ਆ ਜਾਂਦਾ ਹੈ। ਅਗਲੇ ਲੈਕਚਰ ਦੇ ਵਿੱਚ ਅਸੀਂ ਨੈਕਸਟ ਕੰਸੈਪਟ ਕਵਰ ਕਰਾਂਗੇ, ਦਵੰਦਾਤਮਕ ਸਿਧਾਂਤ ਅਤੇ ਇਤਿਹਾਸਿਕ ਭੌਤਿਕਵਾਦ। ਦੋਨਾਂ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀ ਸਟੇਜ 'ਤੇ ਕਿਸ ਤਰ੍ਹਾਂ ਦਾ ਜਿਹੜਾ ਉਤਪਾਦਨ ਦੀ ਪ੍ਰਣਾਲੀ ਹੈ। ਜੇਕਰ ਲੈਕਚਰ ਸਮਝ ਆ ਰਿਹਾ, ਤੁਹਾਡੀ ਹੈਲਪ ਹੋ ਰਹੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਥੈਂਕ ਯੂ।